ਸਵੇਰੇ ਸਵੇਰੇ ਜਦੋਂ ਗੁਰਮੀਤ ਕੌਰ ਨੇ ਆਪਣੇ ਪੁੱਤ ਰਾਜਨ ਨੂੰ ਪੁੱਛਿਆ, ਪੁੱਤ ਅੱਜ ਕਿੱਥੇ ਜਾਣਾ ਹੈ, ਤਾਂ ਰਾਜਨ ਨੇ ਨਜ਼ਰਾਂ ਥੱਲੇ ਕਰਦਿਆਂ ਕਿਹਾ, ਮਾਂ ਕੁਝ ਦਿਨਾਂ ਲਈ ਤੁਹਾਨੂੰ ਇੱਕ ਚੰਗੀ ਜਗ੍ਹਾ ਛੱਡ ਕੇ ਆਉਣਾ ਹੈ। ਗੁਰਮੀਤ ਕੌਰ ਨੇ ਮੁਸਕਰਾ ਕੇ ਸੋਚਿਆ ਕਿ ਸ਼ਾਇਦ ਕਿਸੇ ਰਿਸ਼ਤੇਦਾਰ ਕੋਲ ਲੈ ਕੇ ਜਾ ਰਿਹਾ ਹੋਵੇਗਾ। ਉਸਨੇ ਆਪਣਾ ਪੁਰਾਣਾ ਬੈਗ ਚੁੱਕਿਆ, ਜਿਸ ਵਿੱਚ ਆਪਣੇ ਮਰਹੂਮ ਪਤੀ ਦੀ ਤਸਵੀਰ, ਗੁਟਕਾ ਸਾਹਿਬ ਅਤੇ ਪੁੱਤ ਦੇ ਬਚਪਨ ਦੀ ਇੱਕ ਫੋਟੋ ਰੱਖੀ ਹੋਈ ਸੀ। ਗੱਡੀ ਕਾਫੀ ਦੇਰ ਚਲਦੀ ਰਹੀ। ਜਦੋਂ ਗੱਡੀ ਇੱਕ ਵੱਡੇ ਗੇਟ ਅੱਗੇ ਰੁਕੀ ਤਾਂ ਗੁਰਮੀਤ ਕੌਰ ਨੇ ਬੋਰਡ ਪੜ੍ਹਿਆ, ਬਿਰਧ ਆਸ਼ਰਮ। ਉਸਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਕੰਬਦੀ ਆਵਾਜ਼ ਵਿੱਚ ਪੁੱਛਿਆ, ਪੁੱਤ ਕੀ ਮੈਂ ਤੇਰੇ ਲਈ ਇੰਨੀ ਭਾਰੀ ਹੋ ਗਈ? ਰਾਜੇ ਨੇ ਕੋਈ ਜਵਾਬ ਨਾ ਦਿੱਤਾ। ਉਹ ਸਿਰਫ ਕਾਗਜ਼ਾਂ 'ਤੇ ਦਸਤਖਤ ਕਰਦਾ ਰਿਹਾ। ਮਾਂ ਦੀਆਂ ਅੱਖਾਂ ਭਰ ਆਈਆਂ, ਪਰ ਉਸਨੇ ਇੱਕ ਵੀ ਹੰਝੂ ਪੁੱਤ ਦੇ ਸਾਹਮਣੇ ਨਹੀਂ ਡਿੱਗਣ ਦਿੱਤਾ। ਜਾਂਦੇ ਜਾਂਦੇ ਰਾਜਨ ਨੇ ਕੇਵਲ ਇੰਨਾ ਹੀ ਕਿਹਾ, ਮਾਂ ਮੇਰੀ ਮਜਬੂਰੀ ਸਮਝਣਾ, ਅਤੇ ਮੁੜ ਕੇ ਵੀ ਨਾ ਵੇਖਿਆ। ਗੁਰਮੀਤ ਕੌਰ ਬਸ ਉਸਦੀ ਜਾਂਦੀ ਗੱਡੀ ਨੂੰ ਤੱਕਦੀ ਰਹਿ ਗਈ, ਜਿਵੇਂ ਉਸਦੇ ਨਾਲ ਹੀ ਉਸਦੀ ਸਾਰੀ ਦੁਨੀਆ ਵੀ ਦੂਰ ਚਲੀ ਗਈ। ਗੁਰਮੀਤ ਨੂੰ ਆਸ਼ਰਮ ਦੀ ਇੱਕ ਬਜ਼ੁਰਗ ਬੀਬੀ ਕਮਰੇ ਤੱਕ ਲੈ ਗਈ। ਕਮਰੇ ਵਿੱਚ 4 ਹੋਰ ਬਜ਼ੁਰਗ ਔਰਤਾਂ ਰਹਿੰਦੀਆਂ ਸਨ। ਹਰ ਚਿਹਰੇ 'ਤੇ ਕੋਈ ਨਾ ਕੋਈ ਅਧੂਰੀ ਕਹਾਣੀ ਲਿਖੀ ਹੋਈ ਸੀ। ਕਿਸੇ ਨੂੰ ਧੀ ਨੇ ਛੱਡ ਦਿੱਤਾ ਸੀ, ਕਿਸੇ ਨੂੰ ਪੁੱਤ ਨੇ, ਤੇ ਕਿਸੇ ਦਾ ਤਾਂ ਦੁਨੀਆ ਵਿੱਚ ਕੋਈ ਵੀ ਨਹੀਂ ਸੀ। ਗੁਰਮੀਤ ਕੌਰ ਚੁੱਪਚਾਪ ਆਪਣੇ ਮੰਜੇ 'ਤੇ ਬੈਠ ਗਈ। ਉਸਦੇ ਹੱਥ ਅਜੇ ਵੀ ਉਸ ਪੁਰਾਣੇ ਬੈਗ ਨੂੰ ਇਸ ਤਰ੍ਹਾਂ ਫੜੇ ਹੋਏ ਸਨ ਜਿਵੇਂ ਉਹ ਉਸਦੀ ਆਖਰੀ ਉਮੀਦ ਹੋਵੇ। ਸ਼ਾਮ ਨੂੰ ਜਦੋਂ ਸਾਰੇ ਮਿਲ ਕੇ ਲੰਗਰ ਖਾਣ ਬੈਠੇ ਤਾਂ ਉਸਦੇ ਗਲੇ ਵਿੱਚੋਂ ਇੱਕ ਵੀ ਨਿਵਾਲਾ ਹੇਠਾਂ ਨਾ ਲੰਘਿਆ। ਉਸਨੂੰ ਵਾਰ-ਵਾਰ ਯਾਦ ਆ ਰਿਹਾ ਸੀ ਕਿ ਇਹੋ ਹੱਥ ਕਦੇ ਆਪਣੇ ਪੁੱਤ ਲਈ ਗਰਮਾ-ਗਰਮ ਰੋਟੀਆਂ ਬਣਾਉਂਦੇ ਸਨ। ਜਦੋਂ ਰਾਜਨ ਛੋਟਾ ਹੁੰਦਾ ਸੀ ਤਾਂ ਬਿਨਾਂ ਮਾਂ ਦੇ ਹੱਥੋਂ ਦੀ ਰੋਟੀ ਖਾਧੇ ਸਕੂਲ ਵੀ ਨਹੀਂ ਜਾਂਦਾ ਸੀ। ਅੱਜ ਉਹੀ ਪੁੱਤ ਆਪਣੀ ਮਾਂ ਨੂੰ ਪਰਾਏ ਲੋਕਾਂ ਵਿੱਚ ਛੱਡ ਗਿਆ ਸੀ। ਇਹ ਸੋਚ ਕੇ ਉਸਦਾ ਦਿਲ ਟੁੱਟਦਾ ਜਾ ਰਿਹਾ ਸੀ। ਰਾਤ ਹੋਈ ਤਾਂ ਆਸ਼ਰਮ ਵਿੱਚ ਸਾਰੇ ਆਪਣੇ-ਆਪਣੇ ਮੰਜਿਆਂ 'ਤੇ ਲੇਟ ਗਏ, ਪਰ ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ। ਉਸਨੇ ਆਪਣੇ ਬੈਗ ਵਿੱਚੋਂ ਆਪਣੇ ਮਰਹੂਮ ਪਤੀ ਦੀ ਤਸਵੀਰ ਕੱਢੀ ਤੇ ਹੌਲੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ, ਵੇਖੋ ਜੀ, ਜਿਸ ਪੁੱਤ ਲਈ ਅਸੀਂ ਆਪਣੀ ਜ਼ਿੰਦਗੀ ਲਾ ਦਿੱਤੀ, ਅੱਜ ਉਸਨੇ ਮੈਨੂੰ ਇੱਥੋਂ ਛੱਡ ਦਿੱਤਾ। ਜੇ ਤੁਸੀਂ ਹੁੰਦੇ ਤਾਂ ਸ਼ਾਇਦ ਇਹ ਦਿਨ ਵੇਖਣਾ ਨਾ ਪੈਂਦਾ। ਇੰਨਾ ਕਹਿੰਦੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਕੋਲ ਸੁੱਤੀ ਇੱਕ ਬਜ਼ੁਰਗ ਮਾਤਾ ਨੇ ਉਸਦਾ ਹੱਥ ਫੜ ਕੇ ਕਿਹਾ, ਭੈਣ, ਇੱਥੇ ਆਉਣ ਵਾਲੀ ਹਰ ਇੱਕ ਦੀ ਕਹਾਣੀ ਲਗਭਗ ਇੱਕੋ ਜਿਹੀ ਹੁੰਦੀ ਹੈ। ਪਹਿਲੇ ਦਿਨ ਬਹੁਤ ਰੋਣਾ ਆਉਂਦਾ ਹੈ, ਫਿਰ ਹੌਲੀ-ਹੌਲੀ ਹੰਝੂ ਵੀ ਸਾਥ ਛੱਡ ਜਾਂਦੇ ਹਨ। ਇਹ ਸੁਣ ਕੇ ਗੁਰਮੀਤ ਕੌਰ ਦਾ ਦਿਲ ਹੋਰ ਵੀ ਭਾਰਾ ਹੋ ਗਿਆ। ਉਸਨੇ ਮਨ ਹੀ ਮਨ ਅਰਦਾਸ ਕੀਤੀ ਕਿ ਵਾਹਿਗੁਰੂ ਮੇਰੇ ਪੁੱਤ ਨੂੰ ਹਮੇਸ਼ਾ ਖੁਸ਼ ਰੱਖੀ। ਮੈਂ ਤਾਂ ਮਾਂ ਹਾਂ, ਉਸ ਨਾਲ ਗਿਲਾ ਵੀ ਨਹੀਂ ਕਰ ਸਕਦੀ। ਅਗਲੀ ਸਵੇਰ ਜਦੋਂ ਉਹ ਆਸ਼ਰਮ ਦੇ ਆਂਗਣ ਵਿੱਚ ਬੈਠੀ ਸੂਰਜ ਚੜ੍ਹਦਾ ਵੇਖ ਰਹੀ ਸੀ ਤਾਂ ਉਸਦੀ ਨਜ਼ਰ ਇੱਕ ਛੋਟੇ ਜਿਹੇ ਮੁੰਡੇ 'ਤੇ ਪਈ ਜੋ ਹਰ ਰੋਜ਼ ਆਪਣੇ ਦਾਦਾ ਨੂੰ ਮਿਲਣ ਆਉਂਦਾ ਸੀ। ਉਹ ਦੌੜ ਕੇ ਦਾਦਾ ਦੇ ਗਲੇ ਲੱਗਿਆ ਤੇ ਕਹਿਣ ਲੱਗਾ, ਦਾਦਾ ਜੀ, ਮੈਂ ਤੁਹਾਨੂੰ ਘਰ ਕਦੋਂ ਲੈ ਕੇ ਜਾਵਾਂਗਾ? ਇਹ ਦ੍ਰਿਸ਼ ਦੇਖ ਕੇ ਗੁਰਮੀਤ ਕੌਰ ਦੇ ਹੰਝੂ ਫਿਰ ਨਿਕਲ ਪਏ। ਉਸਨੇ ਸੋਚਿਆ, ਸ਼ਾਇਦ ਮੇਰਾ ਰਾਜਨ ਵੀ ਇੱਕ ਦਿਨ ਮੈਨੂੰ ਲੈਣ ਜ਼ਰੂਰ ਆਵੇਗਾ। ਉਹ ਮੈਨੂੰ ਭੁੱਲ ਨਹੀਂ ਸਕਦਾ, ਆਖਿਰ ਮੈਂ ਉਸਦੀ ਮਾਂ ਹਾਂ। ਇਹੀ ਇੱਕ ਉਮੀਦ ਉਸਦੇ ਟੁੱਟੇ ਹੋਏ ਦਿਲ ਨੂੰ ਜਿਉਂਦਾ ਰੱਖੀ ਹੋਈ ਸੀ, ਪਰ ਉਸਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਦਿਨਾਂ ਵਿੱਚ ਇੱਕ ਐਸਾ ਰਾਜ਼ ਸਾਹਮਣੇ ਆਉਣ ਵਾਲਾ ਸੀ ਜੋ ਉਸਦੀ ਜ਼ਿੰਦਗੀ ਦੀ ਸਾਰੀ ਸੋਚ ਬਦਲ ਦੇਵੇਗਾ। ਦਿਨ ਲੰਘਦੇ ਗਏ, ਪਰ ਰਾਜਨ ਦਾ ਨਾ ਕੋਈ ਫੋਨ ਆਇਆ ਤੇ ਨਾ ਹੀ ਉਹ ਮਾਂ ਨੂੰ ਮਿਲਣ ਆਇਆ। ਹਰ ਸਵੇਰ ਗੁਰਮੀਤ ਕੌਰ ਆਸ਼ਰਮ ਦੇ ਮੁੱਖ ਗੇਟ ਕੋਲ ਜਾ ਕੇ ਬੈਠ ਜਾਂਦੀ। ਜਦੋਂ ਵੀ ਕੋਈ ਗੱਡੀ ਅੰਦਰ ਆਉਂਦੀ, ਉਸਦੀਆਂ ਅੱਖਾਂ ਚਮਕ ਉੱਠਦੀਆਂ। ਉਹ ਸੋਚਦੀ, ਸ਼ਾਇਦ ਮੇਰਾ ਪੁੱਤ ਆ ਗਿਆ, ਸ਼ਾਇਦ ਅੱਜ ਉਹ ਮੈਨੂੰ ਘਰ ਲੈ ਜਾਣ ਲਈ ਆਇਆ ਹੋਵੇ। ਪਰ ਹਰ ਵਾਰ ਗੱਡੀ ਵਿੱਚੋਂ ਕੋਈ ਹੋਰ ਹੀ ਨਿਕਲਦਾ। ਸ਼ਾਮ ਤੱਕ ਉਹ ਉਸੇ ਬੈਂਚ 'ਤੇ ਬੈਠੀ ਰਹਿੰਦੀ, ਫਿਰ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਜਾਂਦੀ। ਹੁਣ ਆਸ਼ਰਮ ਦੇ ਸਾਰੇ ਲੋਕ ਉਸਨੂੰ ਜਾਣਨ ਲੱਗ ਪਏ ਸਨ। ਉਹ ਹਰ ਕਿਸੇ ਨਾਲ ਹੱਸ ਕੇ ਗੱਲ ਕਰਦੀ, ਪਰ ਜਿਵੇਂ ਹੀ ਇਕੱਲੀ ਹੁੰਦੀ ਆਪਣੇ ਹੰਝੂ ਲੁਕਾਉਣ ਲਈ ਚਿਹਰਾ ਦੂਜੇ ਪਾਸੇ ਕਰ ਲੈਂਦੀ। ਉਸਦਾ ਦਿਲ ਅੱਜ ਵੀ ਇਹੀ ਕਹਿੰਦਾ ਸੀ ਕਿ ਉਸਦਾ ਪੁੱਤ ਬੁਰਾ ਨਹੀਂ ਹੋ ਸਕਦਾ। ਜ਼ਰੂਰ ਕੋਈ ਐਸੀ ਮਜਬੂਰੀ ਹੋਵੇਗੀ ਜਿਸ ਬਾਰੇ ਉਹ ਨਹੀਂ ਜਾਣਦੀ। ਇੱਕ ਮਾਂ ਦਾ ਦਿਲ ਆਪਣੇ ਬੱਚੇ ਨੂੰ ਦੋਸ਼ ਦੇਣ ਲਈ ਤਿਆਰ ਹੀ ਨਹੀਂ ਸੀ। ਇੱਕ ਦਿਨ ਆਸ਼ਰਮ ਦੀ ਸੰਚਾਲਿਕਾ ਹਰਪ੍ਰੀਤ ਜੀ ਨੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਕਿਹਾ, ਅੱਜ ਅਸੀਂ ਆਪਣੇ ਪਰਿਵਾਰਾਂ ਦੀਆਂ ਯਾਦਾਂ ਸਾਂਝੀਆਂ ਕਰਾਂਗੇ, ਜਿਸ ਨਾਲ ਦਿਲ ਦਾ ਬੋਝ ਕੁਝ ਹਲਕਾ ਹੋ ਜਾਵੇਗਾ। ਇੱਕ-ਇੱਕ ਕਰਕੇ ਹਰ ਬਜ਼ੁਰਗ ਨੇ ਆਪਣੀ ਕਹਾਣੀ ਸੁਣਾਈ। ਕੋਈ ਆਪਣੀ ਧੀਆਂ ਨੂੰ ਯਾਦ ਕਰਕੇ ਰੋ ਪਿਆ, ਕੋਈ ਆਪਣੇ ਪੋਤਿਆਂ ਨੂੰ ਯਾਦ ਕਰਕੇ।
ਜਦੋਂ ਵਾਰੀ ਗੁਰਮੀਤ ਕੌਰ ਦੀ ਆਈ ਤਾਂ ਉਹ ਕੁਝ ਪਲ ਚੁੱਪ ਰਹੀ। ਫਿਰ ਹੌਲੀ ਜਿਹੀ ਆਵਾਜ਼ ਵਿੱਚ ਬੋਲੀ, ਮੇਰਾ ਰਾਜਨ ਬਹੁਤ ਚੰਗਾ ਪੁੱਤ ਸੀ। ਜੋ ਛੋਟਾ ਸੀ ਤਾਂ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿੰਦਾ ਸੀ। ਉਸ ਦਾ ਪਿਓ ਬਹੁਤ ਜਲਦੀ ਇਸ ਦੁਨੀਆ ਤੋਂ ਚਲਾ ਗਿਆ ਸੀ। ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਖੇਤਾਂ ਵਿੱਚ ਦਿਹਾੜੀਆਂ ਲਾ ਕੇ ਅਤੇ ਰਾਤਾਂ ਨੂੰ ਸਿਲਾਈ ਕਰਕੇ ਉਸ ਨੂੰ ਪੜ੍ਹਾਇਆ। ਕਈ ਦਿਨ ਐਸੇ ਵੀ ਆਏ ਜਦੋਂ ਘਰ ਵਿੱਚ ਸਿਰਫ 2 ਰੋਟੀਆਂ ਹੁੰਦੀਆਂ ਸਨ। ਮੈਂ ਕਹਿ ਦਿੰਦੀ ਸੀ ਕਿ ਮੇਰਾ ਵਰਤ ਹੈ, ਪਰ ਅਸਲ ਵਿੱਚ ਉਹ ਦੋਵੇਂ ਰੋਟੀਆਂ ਆਪਣੇ ਪੁੱਤ ਨੂੰ ਖਵਾ ਦਿੰਦੀ ਸੀ। ਉਸਨੂੰ ਕਦੇ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਉਸਦੀ ਮਾਂ ਭੁੱਖੀ ਸੋ ਜਾਂਦੀ ਹੈ। ਇਹ ਕਹਿੰਦੇ ਕਹਿੰਦੇ ਉਸਦੀ ਆਵਾਜ਼ ਭਰ ਆਈ ਅਤੇ ਸਾਰੇ ਹਾਲ ਵਿੱਚ ਚੁੱਪੀ ਛਾ ਗਈ। ਕਈਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਸ ਰਾਤ ਗੁਰਮੀਤ ਕੌਰ ਨੂੰ ਨੀਂਦ ਨਾ ਆਈ। ਉਸਨੇ ਬੈਗ ਵਿੱਚੋਂ ਰਾਜਨ ਦੀ ਬਚਪਨ ਵਾਲੀ ਫੋਟੋ ਕੱਢੀ। ਫੋਟੋ 'ਤੇ ਹੱਥ ਫੇਰਦਿਆਂ ਉਹ ਮੁਸਕਰਾਈ ਅਤੇ ਬੋਲੀ, ਤੂੰ ਤਾਂ ਕਹਿੰਦਾ ਸੀ ਮਾਂ, ਮੈਂ ਤੈਨੂੰ ਕਦੇ ਇਕੱਲਾ ਨਹੀਂ ਛੱਡਾਂਗਾ। ਫਿਰ ਅੱਜ ਕੀ ਹੋ ਗਿਆ ਮੇਰੇ ਪੁੱਤ? ਇਹਨਾਂ ਸ਼ਬਦਾਂ ਨਾਲ ਉਸਦੇ ਹੰਝੂ ਫੋਟੋ 'ਤੇ ਡਿੱਗਣ ਲੱਗ ਪਏ। ਉਦੋਂ ਹੀ ਫੋਟੋ ਦੇ ਪਿੱਛੇ ਇੱਕ ਪੁਰਾਣਾ ਕਾਗਜ਼ ਉਸਦੀ ਨਜ਼ਰ ਵਿੱਚ ਆਇਆ। ਇਹ ਉਹੀ ਕਾਗਜ਼ ਸੀ ਜੋ ਉਸਨੇ ਸਾਲਾਂ ਪਹਿਲਾਂ ਸੰਭਾਲ ਕੇ ਰੱਖਿਆ ਸੀ, ਪਰ ਕਦੇ ਖੋਲ੍ਹ ਕੇ ਨਹੀਂ ਵੇਖਿਆ। ਉਸਨੇ ਕੰਬਦੇ ਹੱਥਾਂ ਨਾਲ ਕਾਗਜ਼ ਖੋਲ੍ਹਿਆ। ਜਿਵੇਂ ਹੀ ਉਸਨੇ ਪਹਿਲੀ ਲਾਈਨ ਪੜ੍ਹੀ, ਉਸਦਾ ਚਿਹਰਾ ਫਿੱਕਾ ਪੈ ਗਿਆ। ਇਹ ਕਿਸੇ ਅਣਜਾਣ ਵਿਅਕਤੀ ਦੀ ਲਿਖੀ ਚਿੱਠੀ ਸੀ, ਜਿਸ ਵਿੱਚ ਰਾਜਨ ਬਾਰੇ ਇੱਕ ਐਸਾ ਸੱਚ ਲਿਖਿਆ ਸੀ ਜਿਸ ਨੂੰ ਪੜ੍ਹ ਕੇ ਗੁਰਮੀਤ ਕੌਰ ਦੇ ਸਾਹ ਰੁਕਦੇ ਮਹਿਸੂਸ ਹੋਏ। ਉਸਦੇ ਹੱਥ ਕੰਬਣ ਲੱਗੇ ਅਤੇ ਅੱਖਾਂ ਵਿੱਚੋਂ ਹੰਝੂ ਆਪਣੇ ਆਪ ਵਗਣ ਲੱਗ ਪਏ। ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਚਿੱਠੀ ਸੱਚ ਸੀ ਜਾਂ ਕਿਸੇ ਦੀ ਸਾਜ਼ਿਸ਼, ਪਰ ਉਸ ਚਿੱਠੀ ਵਿੱਚ ਲਿਖਿਆ ਹਰ ਸ਼ਬਦ ਉਸਦੀ ਜ਼ਿੰਦਗੀ ਦਾ ਰੁਖ ਬਦਲਣ ਵਾਲਾ ਸੀ। ਗੁਰਮੀਤ ਕੌਰ ਨੇ ਕੰਬਦੇ ਹੱਥਾਂ ਨਾਲ ਉਹ ਚਿੱਠੀ ਪੂਰੀ ਪੜ੍ਹੀ। ਉਸ ਵਿੱਚ ਲਿਖਿਆ ਸੀ, ਜੇ ਇਹ ਚਿੱਠੀ ਤੁਹਾਡੇ ਹੱਥ ਲੱਗੇ ਤਾਂ ਇੱਕ ਵਾਰ ਆਪਣੇ ਪੁੱਤ ਰਾਜਨ ਨੂੰ ਦੋਸ਼ ਦੇਣ ਤੋਂ ਪਹਿਲਾਂ ਸੱਚ ਜ਼ਰੂਰ ਜਾਣ ਲੈਣਾ। ਹਰ ਉਹ ਚੀਜ਼ ਜੋ ਅੱਖਾਂ ਨੂੰ ਦਿਖਾਈ ਦਿੰਦੀ ਹੈ ਉਹ ਸੱਚ ਨਹੀਂ ਹੁੰਦੀ। ਚਿੱਠੀ ਦੇ ਅੰਤ ਵਿੱਚ ਇੱਕ ਹਸਪਤਾਲ ਦਾ ਨਾਮ ਅਤੇ ਇੱਕ ਡਾਕਟਰ ਦਾ ਨੰਬਰ ਲਿਖਿਆ ਸੀ। ਗੁਰਮੀਤ ਕੌਰ ਹੈਰਾਨ ਰਹਿ ਗਈ। ਉਹ ਸੋਚਣ ਲੱਗੀ ਕਿ ਇਹ ਚਿੱਠੀ ਉਸਦੇ ਬੈਗ ਵਿੱਚ ਆਈ ਕਿਵੇਂ। ਉਸਨੂੰ ਤਾਂ ਕਦੇ ਇਸ ਬਾਰੇ ਪਤਾ ਹੀ ਨਹੀਂ ਲੱਗਾ ਸੀ। ਪੂਰੀ ਰਾਤ ਉਹ ਇਸ ਸੋਚ ਵਿੱਚ ਡੁੱਬੀ ਰਹੀ। ਸਵੇਰੇ ਜਦੋਂ ਆਸ਼ਰਮ ਦੀ ਸੰਚਾਲਿਕਾ ਹਰਪ੍ਰੀਤ ਜੀ ਨੇ ਉਸਦੇ ਚਿਹਰੇ 'ਤੇ ਚਿੰਤਾ ਵੇਖੀ ਤਾਂ ਕਾਰਨ ਪੁੱਛਿਆ। ਪਹਿਲਾਂ ਤਾਂ ਗੁਰਮੀਤ ਚੁੱਪ ਰਹੀ, ਪਰ ਫਿਰ ਉਸਨੇ ਸਾਰੀ ਚਿੱਠੀ ਉਹਨਾਂ ਨੂੰ ਪੜ੍ਹਾ ਦਿੱਤੀ। ਹਰਪ੍ਰੀਤ ਜੀ ਨੇ ਧਿਆਨ ਨਾਲ ਚਿੱਠੀ ਪੜ੍ਹੀ ਅਤੇ ਕਿਹਾ, ਬੀਬੀ ਜੀ, ਕਈ ਵਾਰ ਸੱਚ ਉਹ ਨਹੀਂ ਹੁੰਦਾ ਜੋ ਅਸੀਂ ਸੋਚਦੇ ਹਾਂ। ਜੇ ਤੁਹਾਡੇ ਮਨ ਵਿੱਚ ਇੰਨਾ ਵੱਡਾ ਸਵਾਲ ਹੈ ਤਾਂ ਇਸ ਦਾ ਜਵਾਬ ਲੱਭਣਾ ਵੀ ਜ਼ਰੂਰੀ ਹੈ। ਇਹ ਸੁਣ ਕੇ ਗੁਰਮੀਤ ਕੌਰ ਦੇ ਮਨ ਵਿੱਚ ਕਈ ਦਿਨਾਂ ਬਾਅਦ ਇੱਕ ਛੋਟੀ ਜਿਹੀ ਉਮੀਦ ਜਾਗੀ। ਉਸੇ ਦਿਨ ਹਰਪ੍ਰੀਤ ਜੀ ਗੁਰਮੀਤ ਕੌਰ ਨੂੰ ਲੈ ਕੇ ਉਸ ਹਸਪਤਾਲ ਪਹੁੰਚ ਗਏ ਜਿਸ ਦਾ ਨਾਮ ਚਿੱਠੀ ਵਿੱਚ ਲਿਖਿਆ ਸੀ। ਉੱਥੇ ਪੁਰਾਣੇ ਰਿਕਾਰਡ ਵੇਖਣ ਤੋਂ ਬਾਅਦ ਇੱਕ ਬਜ਼ੁਰਗ ਡਾਕਟਰ ਨੇ ਗੁਰਮੀਤ ਕੌਰ ਨੂੰ ਧਿਆਨ ਨਾਲ ਵੇਖਿਆ ਅਤੇ ਹੈਰਾਨ ਹੋ ਕੇ ਬੋਲੇ, ਤੁਸੀਂ ਰਾਜਨ ਦੀ ਮਾਤਾ ਹੋ? ਗੁਰਮੀਤ ਕੌਰ ਨੇ ਹਾਂ ਵਿੱਚ ਸਿਰ ਹਿਲਾਇਆ। ਡਾਕਟਰ ਕੁਝ ਪਲ ਚੁੱਪ ਰਹੇ, ਜਿਵੇਂ ਉਹਨਾਂ ਲਈ ਇਹ ਗੱਲ ਕਹਿਣੀ ਆਸਾਨ ਨਾ ਹੋਵੇ। ਫਿਰ ਉਹ ਹੌਲੀ ਜਿਹੀ ਆਵਾਜ਼ ਵਿੱਚ ਬੋਲੇ, ਤੁਹਾਡਾ ਪੁੱਤ ਪਿਛਲੇ 1 ਸਾਲ ਤੋਂ ਬਹੁਤ ਗੰਭੀਰ ਬਿਮਾਰੀ ਨਾਲ ਲੜ ਰਿਹਾ ਹੈ। ਉਸਨੇ ਸਾਨੂੰ ਸਖਤ ਹਦਾਇਤ ਦਿੱਤੀ ਸੀ ਕਿ ਤੁਹਾਨੂੰ ਇਸ ਬਾਰੇ ਕੁਝ ਨਾ ਦੱਸਿਆ ਜਾਵੇ। ਉਸਦਾ ਕਹਿਣਾ ਸੀ ਕਿ ਜੇ ਮਾਂ ਨੂੰ ਮੇਰੀ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਉਹ ਆਪਣੀ ਜਾਨ ਵੀ ਲਗਾ ਦੇਵੇਗੀ। ਇਹ ਸੁਣਦੇ ਹੀ ਗੁਰਮੀਤ ਕੌਰ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਉਸਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਉਹ ਵਾਰ-ਵਾਰ ਇੱਕੋ ਗੱਲ ਪੁੱਛ ਰਹੀ ਸੀ। ਫਿਰ ਉਸਨੇ, ਮੈਨੂੰ ਬਿਰਧ ਆਸ਼ਰਮ ਕਿਉਂ ਛੱਡਿਆ? ਡਾਕਟਰ ਨੇ ਡੂੰਘਾ ਸਾਹ ਲਿਆ ਅਤੇ ਕਿਹਾ, ਰਾਜਨ ਨੇ ਕਿਹਾ ਸੀ ਕਿ ਜੇ ਉਹ ਤੁਹਾਨੂੰ ਆਪਣੇ ਨਾਲ ਰੱਖੇਗਾ ਤਾਂ ਉਸਦੀ ਹਰ ਤਕਲੀਫ ਵੇਖ ਕੇ ਟੁੱਟ ਜਾਵੋਗੇ। ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਮਾਂ ਦਿਨ ਰਾਤ ਹਸਪਤਾਲਾਂ ਦੇ ਚੱਕਰ ਲਾਏ ਜਾਂ ਉਸਨੂੰ ਮੌਤ ਨਾਲ ਲੜਦੇ ਵੇਖੇ। ਉਹ ਹਰ ਮਹੀਨੇ ਚੁੱਪਚਾਪ ਆਸ਼ਰਮ ਦੇ ਖਰਚੇ ਭੇਜਦਾ ਰਿਹਾ ਹੈ ਅਤੇ ਹਰ ਰੋਜ਼ ਆਸ਼ਰਮ ਦੇ ਦਫ਼ਤਰ ਵਿੱਚ ਫੋਨ ਕਰਕੇ ਤੁਹਾਡਾ ਹਾਲ ਪੁੱਛਦਾ ਹੈ। ਉਸਨੇ ਸਿਰਫ ਇੱਕ ਗੱਲ ਕਹੀ ਸੀ, ਮੇਰੀ ਮਾਂ ਨੂੰ ਕਦੇ ਇਹ ਮਹਿਸੂਸ ਨਾ ਹੋਵੇ ਕਿ ਉਹ ਇਕੱਲੀ ਹੈ। ਇਹ ਸੁਣ ਕੇ ਗੁਰਮੀਤ ਕੌਰ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਉਸਨੂੰ ਆਪਣੇ ਪੁੱਤ ਨਾਲ ਕੋਈ ਸ਼ਿਕਾਇਤ ਨਹੀਂ ਰਹੀ, ਪਰ ਹੁਣ ਉਸਦੇ ਦਿਲ ਵਿੱਚ ਇੱਕ ਹੀ ਡਰ ਸੀ, ਕਿਤੇ ਬਹੁਤੀ ਦੇਰ ਨਾ ਹੋ ਗਈ ਹੋਵੇ। ਉਸਨੇ ਉਸੇ ਵੇਲੇ ਹੱਥ ਜੋੜ ਕੇ ਡਾਕਟਰ ਨੂੰ ਬੇਨਤੀ ਕੀਤੀ, ਮੈਨੂੰ ਮੇਰੇ ਪੁੱਤ ਕੋਲ ਲੈ ਕੇ ਚੱਲੋ। ਮੈਂ ਉਸਨੂੰ ਇੱਕ ਵਾਰ ਆਪਣੇ ਸੀਨੇ ਨਾਲ ਲਗਾਉਣਾ ਚਾਹੁੰਦੀ ਹਾਂ, ਭਾਵੇਂ ਉਸ ਤੋਂ ਬਾਅਦ ਜੋ ਮਰਜ਼ੀ ਹੋ ਜਾਵੇ। ਉਸਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਹਸਪਤਾਲ ਦੇ ਉਸ ਕਮਰੇ ਵਿੱਚ ਉਸਦਾ ਕਿਹੋ ਜਿਹਾ ਇਮਤਿਹਾਨ ਉਸਦੀ ਉਡੀਕ ਕਰ ਰਿਹਾ ਸੀ।
ਹਸਪਤਾਲ ਦੇ ਲੰਬੇ ਕੋਰੀਡੋਰ ਵਿੱਚ ਗੁਰਮੀਤ ਕੌਰ ਦੇ ਕਦਮ ਕੰਬ ਰਹੇ ਸਨ। ਹਰ ਕਦਮ ਨਾਲ ਉਸ ਦਾ ਦਿਲ ਹੋਰ ਜ਼ੋਰ ਨਾਲ ਧੜਕ ਰਿਹਾ ਸੀ। ਡਾਕਟਰ ਹੌਲੀ-ਹੌਲੀ ਉਸ ਨੂੰ ਇੱਕ ਕਮਰੇ ਵੱਲ ਲੈ ਕੇ ਜਾ ਰਹੇ ਸਨ। ਜਿਵੇਂ ਹੀ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਗੁਰਮੀਤ ਕੌਰ ਦੀਆਂ ਅੱਖਾਂ ਇੱਕ ਪਲ ਲਈ ਠਹਿਰ ਗਈਆਂ। ਸਾਹਮਣੇ ਬਿਸਤਰ 'ਤੇ ਉਸ ਦਾ ਪੁੱਤ ਰਾਜਨ ਪਿਆ ਸੀ। ਕੁਝ ਮਹੀਨੇ ਪਹਿਲਾਂ ਤੱਕ ਹੱਸਦਾ-ਖੇਡਦਾ, ਤੰਦਰੁਸਤ ਦਿਖਣ ਵਾਲਾ ਰਾਜਨ ਹੁਣ ਬਹੁਤ ਕਮਜ਼ੋਰ ਹੋ ਚੁੱਕਾ ਸੀ। ਉਸਦੇ ਚਿਹਰੇ ਦੀ ਰੌਣਕ ਗਾਇਬ ਸੀ। ਹੱਥਾਂ ਵਿੱਚ ਸੂਈਆਂ ਲੱਗੀਆਂ ਹੋਈਆਂ ਸਨ ਅਤੇ ਮਸ਼ੀਨਾਂ ਦੀਆਂ ਆਵਾਜ਼ਾਂ ਕਮਰੇ ਦੀ ਖਾਮੋਸ਼ੀ ਨੂੰ ਚੀਰ ਰਹੀਆਂ ਸਨ। ਮਾਂ ਨੂੰ ਦੇਖਦਿਆਂ ਹੀ ਰਾਜਨ ਦੀਆਂ ਅੱਖਾਂ ਭਰ ਆਈਆਂ। ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਸਰੀਰ ਵਿੱਚ ਇੰਨੀ ਤਾਕਤ ਵੀ ਨਹੀਂ ਸੀ ਕਿ ਬੈਠ ਸਕੇ। ਗੁਰਮੀਤ ਕੌਰ ਦੌੜ ਕੇ ਉਸਦੇ ਕੋਲ ਪਹੁੰਚੀ, ਉਸਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਹ ਵਾਰ-ਵਾਰ ਉਸਦੇ ਮੱਥੇ ਨੂੰ ਚੁੰਮਦੀ ਹੋਈ ਕਹਿ ਰਹੀ ਸੀ, ਮੇਰੇ ਪੁੱਤ, ਤੂੰ ਇਹ ਸਭ ਇਕੱਲਾ ਕਿਵੇਂ ਸਹਿੰਦਾ ਰਿਹਾ? ਤੂੰ ਆਪਣੀ ਮਾਂ ਨੂੰ ਇੰਨਾ ਪਰਾਇਆ ਕਿਉਂ ਕਰ ਦਿੱਤਾ? ਕਮਰੇ ਵਿੱਚ ਖੜ੍ਹੇ ਡਾਕਟਰਾਂ ਤੇ ਨਰਸਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਰਾਜਨ ਨੇ ਮਾਂ ਦਾ ਹੱਥ ਫੜਿਆ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਮਾਂ, ਤੈਨੂੰ ਦੁਖੀ ਨਹੀਂ ਦੇਖ ਸਕਦਾ ਸੀ। ਜਦੋਂ ਡਾਕਟਰਾਂ ਨੇ ਦੱਸਿਆ ਕਿ ਮੇਰੀ ਬਿਮਾਰੀ ਦਾ ਇਲਾਜ ਬਹੁਤ ਔਖਾ ਹੈ, ਉਸੇ ਦਿਨ ਤੋਂ ਮੈਂ ਹਰ ਰਾਤ ਸਿਰਫ ਤੇਰੇ ਬਾਰੇ ਸੋਚਦਾ ਸੀ। ਮੈਨੂੰ ਪਤਾ ਸੀ ਕਿ ਜੇ ਮੈਂ ਤੈਨੂੰ ਸੱਚ ਦੱਸ ਦਿੱਤਾ ਤਾਂ ਤੂੰ ਆਪਣਾ ਘਰ ਵੇਚ ਦੇਵੇਗੀ, ਆਪਣੇ ਗਹਿਣੇ ਵੇਚ ਦੇਵੇਗੀ, ਆਪਣੇ ਲਈ ਦਵਾਈ ਵੀ ਨਹੀਂ ਲਵੇਗੀ ਅਤੇ ਮੇਰੇ ਲਈ ਸਭ ਕੁਝ ਕੁਰਬਾਨ ਕਰ ਦੇਵੇਗੀ। ਮੈਂ ਆਪਣੀ ਮਾਂ ਨੂੰ ਫਿਰ ਤੋਂ ਉਹੀ ਤਕਲੀਫਾਂ ਵਿੱਚ ਨਹੀਂ ਧੱਕ ਸਕਦਾ ਸੀ ਜੋ ਤੂੰ ਮੇਰੇ ਬਚਪਨ ਵਿੱਚ ਝੱਲੀਆਂ ਸਨ। ਇਸ ਲਈ ਮੈਂ ਜਾਣ-ਬੁੱਝ ਕੇ ਆਪਣੇ ਆਪ ਨੂੰ ਤੇਰੇ ਤੋਂ ਦੂਰ ਕਰ ਲਿਆ। ਮੈਨੂੰ ਪਤਾ ਸੀ ਕਿ ਤੂੰ ਮੇਰੇ ਤੋਂ ਨਫ਼ਰਤ ਕਰੇਗੀ, ਪਰ ਘੱਟੋ-ਘੱਟ ਤੇਰੀਆਂ ਅੱਖਾਂ ਹਰ ਰੋਜ਼ ਮੈਨੂੰ ਇਸ ਹਾਲਤ ਵਿੱਚ ਤਾਂ ਨਹੀਂ ਵੇਖਣਗੀਆਂ। ਇਹ ਸੁਣ ਕੇ ਗੁਰਮੀਤ ਕੌਰ ਨੇ ਉਸਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਰੋਂਦੀ ਹੋਈ ਬੋਲੀ, ਜੇ ਦਰਦ ਵੰਡ ਨਹੀਂ ਸਕਦੀ ਤਾਂ ਘੱਟੋ-ਘੱਟ ਤੇਰੇ ਕੋਲ ਬੈਠ ਕੇ ਰੋ ਤਾਂ ਸਕਦੀ ਸੀ। ਤੂੰ ਮੇਰੇ ਤੋਂ ਮੇਰਾ ਹੱਕ ਹੀ ਖੋਹ ਲਿਆ। ਰਾਜਨ ਨੇ ਸਿਰ ਝੁਕਾ ਲਿਆ। ਕੁਝ ਪਲਾਂ ਬਾਅਦ ਉਸਨੇ ਆਪਣੇ ਸਿਰਹਾਣੇ ਪਿਆ ਇੱਕ ਪੁਰਾਣਾ ਲਿਫਾਫਾ ਚੁੱਕਿਆ ਅਤੇ ਮਾਂ ਦੇ ਹੱਥ ਵਿੱਚ ਰੱਖ ਦਿੱਤਾ। ਮਾਂ, ਜੇ ਮੇਰੇ ਨਾਲ ਕੁਝ ਵੀ ਹੋ ਗਿਆ ਤਾਂ ਇਹ ਚਿੱਠੀ ਘਰ ਜਾ ਕੇ ਪੜ੍ਹੀ। ਮੈਂ ਇਹ ਕਈ ਮਹੀਨਿਆਂ ਪਹਿਲਾਂ ਲਿਖੀ ਸੀ। ਇਸ ਵਿੱਚ ਮੇਰੀ ਜ਼ਿੰਦਗੀ ਦੀ ਹਰ ਉਹ ਗੱਲ ਹੈ ਜੋ ਮੈਂ ਤੈਨੂੰ ਕਦੇ ਕਹਿ ਨਹੀਂ ਸਕਿਆ। ਗੁਰਮੀਤ ਕੌਰ ਨੇ ਕੰਬਦੇ ਹੱਥਾਂ ਨਾਲ ਲਿਫਾਫਾ ਆਪਣੇ ਸੀਨੇ ਨਾਲ ਲਾ ਲਿਆ ਅਤੇ ਕਹਿਣ ਲੱਗੀ, ਮੈਂ ਕੋਈ ਚਿੱਠੀ ਨਹੀਂ ਪੜ੍ਹਦੀ। ਤੂੰ ਮੇਰੇ ਨਾਲ ਘਰ ਚੱਲੇਗਾ। ਮੈਂ ਹਰ ਰੋਜ਼ ਤੇਰੀ ਸੇਵਾ ਕਰਾਂਗੀ, ਅਰਦਾਸ ਕਰਾਂਗੀ, ਮੇਰੇ ਵਾਹਿਗੁਰੂ ਮੇਰੀ ਖੁਸ਼ੀਆਂ ਲੈ ਲਵੇ, ਪਰ ਮੇਰੇ ਪੁੱਤ ਨੂੰ ਠੀਕ ਕਰ ਦੇਵੇ। ਇਹਨਾਂ ਹੀ ਪਲਾਂ ਵਿੱਚ ਡਾਕਟਰ ਤੇਜ਼ੀ ਨਾਲ ਕਮਰੇ ਵਿੱਚ ਆਏ। ਮਸ਼ੀਨ ਦੀ ਆਵਾਜ਼ ਅਚਾਨਕ ਬਦਲ ਗਈ। ਡਾਕਟਰਾਂ ਦੇ ਚਿਹਰਿਆਂ 'ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। ਗੁਰਮੀਤ ਕੌਰ ਨੇ ਘਬਰਾਹਟ ਵਿੱਚ ਰਾਜਨ ਦਾ ਹੱਥ ਹੋਰ ਜ਼ੋਰ ਨਾਲ ਫੜ ਲਿਆ। ਉਸਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸਦੀ ਜ਼ਿੰਦਗੀ ਦਾ ਸਭ ਤੋਂ ਔਖਾ ਇਮਤਿਹਾਨ ਹੁਣ ਸ਼ੁਰੂ ਹੋਣ ਵਾਲਾ ਹੈ। ਡਾਕਟਰਾਂ ਨੇ ਤੁਰੰਤ ਰਾਜਨ ਨੂੰ ਐਮਰਜੈਂਸੀ ਵਾਰਡ ਵਿੱਚ ਲਿਜਾਇਆ। ਦਰਵਾਜ਼ਾ ਬੰਦ ਹੋ ਗਿਆ ਅਤੇ ਗੁਰਮੀਤ ਕੌਰ ਬਾਹਰ ਹੀ ਰਹਿ ਗਈ। ਉਸਦੀਆਂ ਅੱਖਾਂ ਦਰਵਾਜ਼ੇ 'ਤੇ ਟਿਕੀਆਂ ਹੋਈਆਂ ਸਨ, ਜਿਵੇਂ ਹਰ ਪਲ ਉਸਨੂੰ ਉਮੀਦ ਹੋਵੇ ਕਿ ਹੁਣੇ ਡਾਕਟਰ ਬਾਹਰ ਆ ਕੇ ਕਹਿਣਗੇ, ਸਭ ਠੀਕ ਹੈ। ਪਰ ਸਮਾਂ ਲੰਘਦਾ ਗਿਆ। ਹਸਪਤਾਲ ਦੇ ਉਸ ਲੰਮੇ ਕੋਰੀਡੋਰ ਵਿੱਚ ਬੈਠੀ ਗੁਰਮੀਤ ਕੌਰ ਨੂੰ ਆਪਣੇ ਪੁੱਤ ਦਾ ਸਾਰਾ ਬਚਪਨ ਯਾਦ ਆਉਣ ਲੱਗਾ। ਜਦੋਂ ਰਾਜਨ ਪਹਿਲੀ ਵਾਰ ਸਕੂਲ ਗਿਆ ਸੀ ਤਾਂ ਕਿਵੇਂ ਉਸਦੀ ਉਂਗਲ ਫੜ ਕੇ ਰੋਂਦਾ ਹੋਇਆ ਕਹਿੰਦਾ ਸੀ, ਮਾਂ, ਮੈਨੂੰ ਇਕੱਲਾ ਨਾ ਛੱਡੀ। ਜਦੋਂ ਉਸਨੂੰ ਬੁਖਾਰ ਚੜ੍ਹਦਾ ਸੀ ਤਾਂ ਗੁਰਮੀਤ ਕੌਰ ਸਾਰੀ ਰਾਤ ਉਸਦੇ ਸਿਰ 'ਤੇ ਠੰਡੀਆਂ ਪੱਟੀਆਂ ਰੱਖਦੀ ਰਹਿੰਦੀ ਸੀ। ਅੱਜ ਉਹੀ ਮਾਂ ਆਪਣੇ ਪੁੱਤ ਲਈ ਕੁਝ ਵੀ ਨਹੀਂ ਕਰ ਸਕਦੀ ਸੀ। ਉਸਨੇ ਹਸਪਤਾਲ ਦੇ ਛੋਟੇ ਜਿਹੇ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਹੱਥ ਜੋੜ ਲਏ। ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਉਹ ਅਰਦਾਸ ਕਰਨ ਲੱਗੀ, ਵਾਹਿਗੁਰੂ, ਮੇਰੀ ਉਮਰ ਵੀ ਮੇਰੇ ਪੁੱਤ ਨੂੰ ਲਾ ਦੇ। ਮੈਂ ਤਾਂ ਆਪਣੀ ਜ਼ਿੰਦਗੀ ਜੀ ਲਈ ਹੈ, ਪਰ ਉਸਦੀ ਜ਼ਿੰਦਗੀ ਅਜੇ ਸ਼ੁਰੂ ਹੋਈ ਸੀ। ਜੇ ਕਿਸੇ ਦੀ ਕੁਰਬਾਨੀ ਚਾਹੀਦੀ ਹੈ ਤਾਂ ਮੇਰੀ ਲੈ ਲੈ, ਪਰ ਮੇਰੇ ਪੁੱਤ ਨੂੰ ਬਚਾ ਲੈ। ਲਗਭਗ 2 ਘੰਟਿਆਂ ਬਾਅਦ ਡਾਕਟਰ ਬਾਹਰ ਆਏ। ਉਹਨਾਂ ਦੇ ਚਿਹਰੇ 'ਤੇ ਗੰਭੀਰਤਾ ਸੀ। ਗੁਰਮੀਤ ਕੌਰ ਦੌੜ ਕੇ ਉਹਨਾਂ ਕੋਲ ਪਹੁੰਚੀ। ਕੰਬਦੀ ਆਵਾਜ਼ ਵਿੱਚ ਪੁੱਛਿਆ, ਡਾਕਟਰ ਸਾਹਿਬ, ਮੇਰਾ ਪੁੱਤ ਠੀਕ ਤਾਂ ਹੈ ਨਾ? ਡਾਕਟਰ ਨੇ ਡੂੰਘਾ ਸਾਹ ਲੈਂਦਿਆਂ ਕਿਹਾ, ਫਿਲਹਾਲ ਖਤਰਾ ਟਲ ਗਿਆ ਹੈ, ਪਰ ਬਿਮਾਰੀ ਬਹੁਤ ਅੱਗੇ ਵੱਧ ਚੁੱਕੀ ਹੈ। ਹੁਣ ਇੱਕੋ ਹੀ ਰਾਹ ਬਚਿਆ ਹੈ, ਜਲਦੀ ਤੋਂ ਜਲਦੀ ਵੱਡਾ ਇਲਾਜ ਕਰਵਾਉਣਾ ਪਵੇਗਾ। ਜੇ ਦੇਰ ਹੋ ਗਈ ਤਾਂ ਅਸੀਂ ਉਸ ਨੂੰ ਨਹੀਂ ਬਚਾ ਸਕਾਂਗੇ। ਇਹ ਸੁਣ ਕੇ ਗੁਰਮੀਤ ਕੌਰ ਦੇ ਪੈਰ ਡਗਮਗਾ ਗਏ। ਉਸਨੇ ਡਾਕਟਰ ਦਾ ਹੱਥ ਫੜ ਕੇ ਕਿਹਾ, ਪੈਸਿਆਂ ਦੀ ਚਿੰਤਾ ਨਾ ਕਰੋ। ਮੇਰਾ ਘਰ ਵੇਚ ਦਿਓ, ਜ਼ਮੀਨ ਵੇਚ ਦਿਓ, ਮੇਰੇ ਗਹਿਣੇ ਵੇਚ ਦਿਓ। ਲੋੜ ਪਈ ਤਾਂ ਭੀਖ ਮੰਗ ਲਵਾਂਗੀ, ਪਰ ਮੇਰੇ ਪੁੱਤ ਦਾ ਇਲਾਜ ਜ਼ਰੂਰ ਕਰੋ। ਡਾਕਟਰਾਂ ਦੀਆਂ ਅੱਖਾਂ ਵੀ ਭਰ ਆਈਆਂ।
ਉਹ ਹੌਲੀ ਜਿਹੇ ਬੋਲੇ, ਬੀਬੀ ਜੀ ਤੁਹਾਡਾ ਪੁੱਤ ਵੀ ਇਹੀ ਨਹੀਂ ਚਾਹੁੰਦਾ ਸੀ। ਉਹ ਵਾਰ-ਵਾਰ ਸਾਨੂੰ ਕਹਿੰਦਾ ਸੀ ਕਿ ਮੇਰੀ ਮਾਂ ਦੀ ਇੱਕ ਵੀ ਚੀਜ਼ ਨਾ ਵਿਕੇ। ਉਸੇ ਵੇਲੇ ਹਸਪਤਾਲ ਦਾ ਇੱਕ ਕਰਮਚਾਰੀ ਦੌੜਦਾ ਹੋਇਆ ਆਇਆ ਅਤੇ ਡਾਕਟਰ ਨੂੰ ਇੱਕ ਫਾਈਲ ਦੇ ਗਿਆ। ਡਾਕਟਰ ਨੇ ਫਾਈਲ ਖੋਲ੍ਹੀ ਤਾਂ ਹੈਰਾਨ ਰਹਿ ਗਏ। ਉਹਨਾਂ ਨੇ ਗੁਰਮੀਤ ਕੌਰ ਵੱਲ ਵੇਖਿਆ ਤੇ ਕਿਹਾ, ਬੀਬੀ ਜੀ ਤੁਹਾਡੇ ਪੁੱਤ ਨੇ ਆਪਣੀ ਬਿਮਾਰੀ ਦੇ ਬਾਵਜੂਦ ਇੱਕ ਐਸਾ ਕੰਮ ਕੀਤਾ ਹੈ ਜਿਸ ਬਾਰੇ ਤੁਹਾਨੂੰ ਅੱਜ ਤੱਕ ਪਤਾ ਹੀ ਨਹੀਂ ਸੀ। ਗੁਰਮੀਤ ਕੌਰ ਹੈਰਾਨੀ ਨਾਲ ਉਹਨਾਂ ਦੇ ਚਿਹਰੇ ਵੱਲ ਵੇਖਣ ਲੱਗੀ। ਡਾਕਟਰ ਨੇ ਫਾਈਲ ਵਿੱਚੋਂ ਕੁਝ ਕਾਗਜ਼ ਕੱਢੇ ਅਤੇ ਕਿਹਾ, ਰਾਜਨ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਆਪਣੀ ਤਨਖਾਹ ਦਾ ਵੱਡਾ ਹਿੱਸਾ ਚੁੱਪਚਾਪ ਅਨਾਥ ਬੱਚਿਆਂ ਅਤੇ ਬਿਰਧ ਆਸ਼ਰਮਾਂ ਦੀ ਸੇਵਾ ਲਈ ਦਾਨ ਕਰਦਾ ਰਿਹਾ ਹੈ। ਇੱਥੋਂ ਤੱਕ ਕਿ ਤੁਹਾਨੂੰ ਜਿਸ ਆਸ਼ਰਮ ਵਿੱਚ ਛੱਡਿਆ ਗਿਆ ਸੀ ਉਸ ਦੀ ਨਵੀਂ ਇਮਾਰਤ ਬਣਾਉਣ ਲਈ ਵੀ ਸਭ ਤੋਂ ਵੱਡਾ ਯੋਗਦਾਨ ਉਸੇ ਨੇ ਦਿੱਤਾ ਸੀ। ਇਹ ਸੁਣ ਕੇ ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਮਾਣ ਦੇ ਹੰਝੂ ਆ ਗਏ। ਪਰ ਅਗਲੇ ਹੀ ਪਲ ਡਾਕਟਰ ਨੇ ਇੱਕ ਹੋਰ ਗੱਲ ਕਹੀ ਜਿਸ ਨੇ ਉਸਦੇ ਦਿਲ ਦੀ ਧੜਕਣ ਫਿਰ ਤੇਜ਼ ਕਰ ਦਿੱਤੀ। ਪਰ ਹੁਣ ਉਸਦੇ ਇਲਾਜ ਲਈ ਸਿਰਫ ਪੈਸੇ ਨਹੀਂ, ਇੱਕ ਐਸਾ ਇਨਸਾਨ ਦੀ ਲੋੜ ਹੈ ਜੋ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲੈਣ ਲਈ ਤਿਆਰ ਹੋਵੇ। ਗੁਰਮੀਤ ਕੌਰ ਨੂੰ ਸਮਝ ਨਹੀਂ ਆਇਆ ਕਿ ਡਾਕਟਰਾਂ ਦਾ ਇਸ਼ਾਰਾ ਕਿਸ ਵੱਲ ਸੀ, ਪਰ ਉਸਨੇ ਮਨ ਹੀ ਮਨ ਇਹ ਫੈਸਲਾ ਕਰ ਲਿਆ ਸੀ ਕਿ ਆਪਣੇ ਪੁੱਤ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਵੇਗੀ। ਡਾਕਟਰ ਨੇ ਗੁਰਮੀਤ ਕੌਰ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਬੀਬੀ ਜੀ ਰਾਜਨ ਦੀ ਜਾਨ ਬਚਾਉਣ ਲਈ ਇੱਕ ਵੱਡਾ ਆਪਰੇਸ਼ਨ ਕਰਨਾ ਪਵੇਗਾ, ਪਰ ਇਸ ਲਈ ਉਸਨੂੰ ਜਿਗਰ ਦਾ ਇੱਕ ਹਿੱਸਾ ਦਾਨ ਕਰਨ ਵਾਲੇ ਦੀ ਲੋੜ ਹੈ। ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਅੱਗੇ ਨਹੀਂ ਆਇਆ। ਇਹ ਸੁਣਦੇ ਹੀ ਗੁਰਮੀਤ ਕੌਰ ਨੇ ਬਿਨਾਂ ਇੱਕ ਪਲ ਸੋਚੇ ਕਿਹਾ, ਮੇਰਾ ਜਿਗਰ ਲੈ ਲਵੋ ਡਾਕਟਰ ਸਾਹਿਬ। ਜੇ ਮੇਰੇ ਸਰੀਰ ਦਾ ਇੱਕ ਟੁਕੜਾ ਮੇਰੇ ਪੁੱਤ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਹੋ ਹੀ ਨਹੀਂ ਸਕਦੀ। ਡਾਕਟਰ ਨੇ ਸਮਝਾਇਆ, ਤੁਹਾਡੀ ਉਮਰ ਕਾਫੀ ਹੈ, ਪਹਿਲਾਂ ਸਾਰੇ ਟੈਸਟ ਹੋਣਗੇ, ਫਿਰ ਹੀ ਪਤਾ ਲੱਗੇਗਾ ਕਿ ਤੁਸੀਂ ਦਾਨ ਦੇ ਸਕਦੇ ਹੋ ਜਾਂ ਨਹੀਂ। ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਆਵਾਜ਼ ਵਿੱਚ ਪੂਰਾ ਹੌਸਲਾ ਸੀ। ਮੈਂ ਆਪਣੀ ਜ਼ਿੰਦਗੀ ਆਪਣੇ ਪੁੱਤ ਲਈ ਹੀ ਤਾਂ ਜਿੱਤੀ ਹਾਂ। ਜੇ ਅੱਜ ਉਸਦੀ ਜ਼ਿੰਦਗੀ ਬਚਾਉਣ ਦਾ ਮੌਕਾ ਮਿਲਿਆ ਹੈ ਤਾਂ ਮੈਂ ਪਿੱਛੇ ਨਹੀਂ ਹਟਾਂਗੀ। ਕੁਝ ਘੰਟਿਆਂ ਤੱਕ ਟੈਸਟ ਚੱਲਦੇ ਰਹੇ। ਗੁਰਮੀਤ ਕੌਰ ਹਰ ਪਲ ਵਾਹਿਗੁਰੂ ਦਾ ਨਾਮ ਜਪਦੀ ਰਹੀ। ਸ਼ਾਮ ਨੂੰ ਡਾਕਟਰ ਰਿਪੋਰਟਾਂ ਲੈ ਕੇ ਆਏ। ਉਹਨਾਂ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਸੀ। ਬੀਬੀ ਜੀ, ਰੱਬ ਦੀ ਮਿਹਰ ਹੈ, ਤੁਹਾਡੀ ਰਿਪੋਰਟਾਂ ਠੀਕ ਹਨ, ਤੁਸੀਂ ਆਪਣੇ ਪੁੱਤ ਲਈ ਦਾਨ ਕਰ ਸਕਦੇ ਹੋ। ਇਹ ਸੁਣਦੇ ਹੀ ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਸਨੇ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ। ਪਰ ਜਦੋਂ ਰਾਜਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਉਹ ਰੋਂਦਾ ਹੋਇਆ ਬੋਲਿਆ, ਨਹੀਂ ਮਾਂ, ਮੈਂ ਆਪਣੀ ਜ਼ਿੰਦਗੀ ਤੇਰੇ ਜਾਨ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ। ਮੈਂ ਇਹ ਕਦੇ ਨਹੀਂ ਹੋਣ ਦੇਵਾਂਗਾ। ਗੁਰਮੀਤ ਕੌਰ ਨੇ ਉਸਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਜਿਸ ਦਿਨ ਤੂੰ ਮੇਰੀ ਕੁੱਖ ਵਿੱਚ ਆਇਆ ਸੀ ਉਸੇ ਦਿਨ ਤੋਂ ਮੇਰੀ ਹਰ ਸਾਹ ਤੇਰੇ ਨਾਮ ਹੋ ਗਈ ਸੀ। ਅੱਜ ਜੇ ਮਾਂ ਆਪਣੇ ਪੁੱਤ ਲਈ ਕੁਝ ਨਹੀਂ ਕਰੇਗੀ ਤਾਂ ਸਿਰਫ ਮਾਂ ਕਿਹੜੀ ਹੋਈ। ਪੁੱਤ, ਇਹ ਕੋਈ ਅਹਿਸਾਨ ਨਹੀਂ, ਇਹ ਤਾਂ ਮੇਰਾ ਫਰਜ਼ ਹੈ। ਇਹ ਗੱਲਾਂ ਸੁਣ ਕੇ ਹਸਪਤਾਲ ਵਿੱਚ ਖੜੇ ਹਰ ਇਨਸਾਨ ਦੀਆਂ ਅੱਖਾਂ ਨਮ ਹੋ ਗਈਆਂ। ਅਗਲੇ ਦਿਨ ਆਪਰੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ। ਗੁਰਮੀਤ ਕੌਰ ਨੂੰ ਆਪਰੇਸ਼ਨ ਥੀਏਟਰ ਵੱਲ ਲਿਜਾਇਆ ਜਾ ਰਿਹਾ ਸੀ। ਜਾਂਦੇ ਜਾਂਦੇ ਉਸਨੇ ਰਾਜਨ ਦਾ ਹੱਥ ਫੜ ਕੇ ਮੁਸਕਰਾਉਂਦਿਆਂ ਕਿਹਾ, ਜੇ ਰੱਬ ਨੇ ਚਾਹਿਆ ਤਾਂ ਅਸੀਂ ਦੋਵੇਂ ਇਕੱਠੇ ਘਰ ਵਾਪਸ ਜਾਵਾਂਗੇ, ਤੇ ਜੇ ਮੇਰੇ ਨਾਲ ਕੁਝ ਹੋ ਵੀ ਗਿਆ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੀ, ਮਾਂ ਆਪਣੇ ਬੱਚਿਆਂ ਤੋਂ ਨਾਰਾਜ਼ ਨਹੀਂ ਹੁੰਦੀ, ਉਹ ਤਾਂ ਆਖਰੀ ਸਾਹਾਂ ਤੱਕ ਉਹਨਾਂ ਦੀ ਖੁਸ਼ੀ ਹੀ ਮੰਗਦੀ ਹੈ। ਇਹ ਸੁਣ ਕੇ ਰਾਜਨ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਉਸੇ ਵੇਲੇ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਬੰਦ ਹੋ ਗਿਆ। ਬਾਹਰ ਸਿਰਫ ਖਾਮੋਸ਼ੀ ਸੀ, ਅਰਦਾਸ ਸੀ ਅਤੇ ਇੱਕ ਪੁੱਤ ਦੀਆਂ ਅੱਖਾਂ ਵਿੱਚ ਆਪਣੀ ਮਾਂ ਨੂੰ ਦੁਬਾਰਾ ਜਿੰਦਾ ਦੇਖਣ ਦੀ ਆਸ। ਪਰ ਕਿਸਮਤ ਨੇ ਉਸ ਦਿਨ ਉਹਨਾਂ ਦੋਵਾਂ ਲਈ ਕੀ ਲਿਖਿਆ ਸੀ, ਇਹ ਕਿਸੇ ਨੂੰ ਵੀ ਨਹੀਂ ਪਤਾ ਸੀ। ਆਪਰੇਸ਼ਨ ਥੀਏਟਰ ਦੇ ਬਾਹਰ ਰਾਜਨ ਹਰ ਪਲ ਵਾਹਿਗੁਰੂ ਦਾ ਨਾਮ ਜਪ ਰਿਹਾ ਸੀ। ਉਸਦੇ ਦਿਲ ਵਿੱਚ ਸਿਰਫ ਇੱਕੋ ਹੀ ਡਰ ਸੀ, ਮੇਰੀ ਮਾਂ ਨੂੰ ਕੁਝ ਨਾ ਹੋ ਜਾਵੇ। 4 ਘੰਟੇ ਇੰਜ ਲੱਗੇ ਜਿਵੇਂ 4 ਸਾਲ ਲੰਘ ਗਏ ਹੋਣ। ਆਖਰਕਾਰ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲ੍ਹਿਆ। ਡਾਕਟਰ ਬਾਹਰ ਆਏ ਤਾਂ ਰਾਜਨ ਦੌੜ ਕੇ ਉਹਨਾਂ ਕੋਲ ਪਹੁੰਚਿਆ। ਕੰਬਦੀ ਆਵਾਜ਼ ਵਿੱਚ ਪੁੱਛਿਆ, ਡਾਕਟਰ ਸਾਹਿਬ, ਮੇਰੀ ਮਾਂ ਠੀਕ ਤਾਂ ਹੈ? ਡਾਕਟਰ ਦੇ ਚਿਹਰੇ 'ਤੇ ਮੁਸਕਾਨ ਆ ਗਈ। ਉਹਨਾਂ ਨੇ ਕਿਹਾ, ਵਾਹਿਗੁਰੂ ਦੀ ਕਿਰਪਾ ਨਾਲ ਆਪਰੇਸ਼ਨ ਕਾਮਯਾਬ ਹੋ ਗਿਆ ਹੈ, ਮਾਂ ਵੀ ਸੁਰੱਖਿਅਤ ਹੈ ਅਤੇ ਤੁਹਾਡੀ ਹਾਲਤ ਵੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ।
ਪਰ ਅਸਲ ਚਮਤਕਾਰ ਦਵਾਈਆਂ ਨੇ ਨਹੀਂ ਕੀਤਾ, ਇੱਕ ਮਾਂ ਦੀ ਮਮਤਾ ਨੇ ਕੀਤਾ ਹੈ। ਇਹ ਸੁਣਦੇ ਹੀ ਰਾਜਨ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਗ ਪਈ। ਉਸਨੇ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ ਅਤੇ ਪਹਿਲੀ ਵਾਰ ਆਪਣੇ ਆਪ ਨੂੰ ਇੰਨਾ ਬੇਬਸ ਮਹਿਸੂਸ ਕੀਤਾ ਕਿ ਉਸਦੇ ਕੋਲ ਆਪਣੀ ਮਾਂ ਦਾ ਪਿਆਰ ਦਾ ਬਦਲਾ ਦੇਣ ਲਈ ਕੋਈ ਸ਼ਬਦ ਹੀ ਨਹੀਂ ਸਨ। ਕੁਝ ਦਿਨਾਂ ਬਾਅਦ ਜਦੋਂ ਗੁਰਮੀਤ ਕੌਰ ਨੂੰ ਹੋਸ਼ ਆਇਆ ਤਾਂ ਉਸਨੇ ਸਭ ਤੋਂ ਪਹਿਲਾਂ ਆਪਣੇ ਪੁੱਤ ਨੂੰ ਲੱਭਿਆ। ਰਾਜਨ ਹੌਲੀ-ਹੌਲੀ ਤੁਰਦਾ ਹੋਇਆ ਉਸਦੇ ਕੋਲ ਆਇਆ ਅਤੇ ਮਾਂ ਦੇ ਪੈਰਾਂ ਵਿੱਚ ਬੈਠ ਗਿਆ। ਉਹ ਬੱਚਿਆਂ ਵਾਂਗ ਰੋਂਦਾ ਹੋਇਆ ਬੋਲਿਆ, ਮਾਂ ਮੈਨੂੰ ਮਾਫ਼ ਕਰ ਦੇ। ਮੈਂ ਤੈਨੂੰ ਬਿਰਧ ਆਸ਼ਰਮ ਛੱਡ ਕੇ ਸਭ ਤੋਂ ਵੱਡੀ ਗਲਤੀ ਕੀਤੀ। ਮੈਂ ਸੋਚਿਆ ਸੀ ਕਿ ਮੈਂ ਤੇਰਾ ਦੁੱਖ ਘੱਟ ਕਰ ਰਿਹਾ ਹਾਂ, ਪਰ ਮਾਂ ਤੋਂ ਮੈਂ ਉਸਦੀ ਰੂਹ ਹੀ ਤੋੜ ਦਿੱਤੀ। ਗੁਰਮੀਤ ਕੌਰ ਨੇ ਉਸਦੇ ਹੰਝੂ ਪੂੰਝੇ ਅਤੇ ਉਸਨੂੰ ਆਪਣੇ ਗਲੇ ਨਾਲ ਲਾ ਲਿਆ। ਉਹ ਮੁਸਕਰਾ ਕੇ ਬੋਲੀ, ਪੁੱਤ, ਮਾਫ਼ੀ ਤਾਂ ਉਹ ਮੰਗਦੇ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਮਾਂ ਲਈ ਪਿਆਰ ਨਾ ਹੋਵੇ। ਤੂੰ ਤਾਂ ਆਪਣੇ ਦੁੱਖ ਲੁਕਾ ਕੇ ਮੇਰੀ ਖੁਸ਼ੀ ਬਚਾਉਣਾ ਚਾਹੁੰਦਾ ਸੀ। ਗਲਤੀ ਦੋਵਾਂ ਤੋਂ ਹੋਈ। ਤੂੰ ਮੈਨੂੰ ਸੱਚ ਨਹੀਂ ਦੱਸਿਆ ਅਤੇ ਮੈਂ ਤੈਨੂੰ ਸਮਝ ਨਹੀਂ ਸਕੀ। ਪਰ ਅੱਜ ਤੋਂ ਇੱਕ ਵਾਅਦਾ ਕਰ, ਜ਼ਿੰਦਗੀ ਵਿੱਚ ਕੋਈ ਵੀ ਦੁੱਖ ਆਵੇ, ਆਪਣੀ ਮਾਂ ਤੋਂ ਕਦੇ ਨਾ ਲੁਕਾਈ। ਇਹ ਸੁਣ ਕੇ ਰਾਜਨ ਨੇ ਮਾਂ ਦਾ ਹੱਥ ਫੜ ਕੇ ਵਾਅਦਾ ਕੀਤਾ ਕਿ ਹੁਣ ਉਹ ਕਦੇ ਉਸਨੂੰ ਇਕੱਲਾ ਨਹੀਂ ਛੱਡੇਗਾ। 2 ਮਹੀਨੇ ਬਾਅਦ ਦੋਵੇਂ ਮਾਂ ਪੁੱਤ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਸ ਆ ਗਏ। ਪਰ ਘਰ ਪਹੁੰਚਦੇ ਹੀ ਰਾਜਨ ਨੇ ਇੱਕ ਐਸਾ ਫੈਸਲਾ ਲਿਆ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਉਸਨੇ ਆਪਣਾ ਵੱਡਾ ਘਰ ਵੇਚ ਕੇ ਉਸ ਪੈਸੇ ਨਾਲ ਇੱਕ ਨਵਾਂ ਮਾਂ ਦਾ ਆਸ਼ੀਆਨਾ ਨਾਮ ਦਾ ਬਿਰਧ ਆਸ਼ਰਮ ਬਣਾਇਆ, ਜਿੱਥੇ ਉਹਨਾਂ ਬਜ਼ੁਰਗਾਂ ਨੂੰ ਮੁਫਤ ਰਹਿਣ, ਖਾਣ ਅਤੇ ਇਲਾਜ ਦੀ ਸਹੂਲਤ ਮਿਲਣ ਲੱਗੀ, ਜਿਨ੍ਹਾਂ ਨੂੰ ਆਪਣੇ ਹੀ ਬੱਚਿਆਂ ਨੇ ਇਕੱਲਾ ਛੱਡ ਦਿੱਤਾ ਸੀ। ਗੁਰਮੀਤ ਕੌਰ ਹਰ ਰੋਜ਼ ਉੱਥੇ ਜਾ ਕੇ ਬਜ਼ੁਰਗਾਂ ਨਾਲ ਗੱਲਾਂ ਕਰਦੀ, ਉਹਨਾਂ ਨੂੰ ਆਪਣੇ ਹੱਥਾਂ ਨਾਲ ਰੋਟੀ ਖਿਲਾਉਂਦੀ ਅਤੇ ਕਹਿੰਦੀ, ਬੱਚੇ ਕਈ ਵਾਰ ਗਲਤੀਆਂ ਕਰ ਜਾਂਦੇ ਹਨ, ਪਰ ਜੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਉਸ ਦਿਨ ਤੋਂ ਰਾਜਨ ਹਰ ਮਾਂ ਨੂੰ ਆਪਣੀ ਮਾਂ ਸਮਝ ਕੇ ਸੇਵਾ ਕਰਨ ਲੱਗ ਪਿਆ। ਲੋਕ ਜਦੋਂ ਵੀ ਉਸ ਤੋਂ ਪੁੱਛਦੇ ਕਿ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਕੀ ਹੈ, ਤਾਂ ਉਹ ਸਿਰਫ ਇੱਕ ਹੀ ਗੱਲ ਕਹਿੰਦਾ, ਦੁਨੀਆ ਵਿੱਚ ਸਭ ਕੁਝ ਦੁਬਾਰਾ ਮਿਲ ਸਕਦਾ ਹੈ, ਪਰ ਮਾਂ ਕਦੇ ਦੁਬਾਰਾ ਨਹੀਂ ਮਿਲਦੀ। ਜਿਸ ਦਿਨ ਇਹ ਗੱਲ ਸਮਝ ਆ ਜਾਵੇ, ਉਸ ਦਿਨ ਤੋਂ ਪਹਿਲਾਂ ਹੀ ਉਸਦੀ ਕਦਰ ਕਰ ਲੈਣੀ ਚਾਹੀਦੀ ਹੈ। ਇਹ ਸੁਣ ਕੇ ਗੁਰਮੀਤ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ, ਕਿਉਂਕਿ ਹੁਣ ਉਸਨੂੰ ਆਪਣਾ ਪੁੱਤ ਵਾਪਸ ਮਿਲ ਗਿਆ ਸੀ। ਸਿਰਫ ਜ਼ਿੰਦਾ ਨਹੀਂ, ਸਗੋਂ ਪਹਿਲਾਂ ਨਾਲੋਂ ਵੀ ਵਧੀਆ ਇਨਸਾਨ ਬਣ ਕੇ। ਥੈਂਕਸ ਫॉर ਵਾਚਿੰਗ ਪੰਜਾਬੀ ਕਹਾਣੀਆਂ ਜੰਕਸ਼ਨ।